अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के प्रोग्राम में हम आपको दिखाएंगे कि जाली पीर हो या डब्बा पीर हो, ये हमेशा जहां भी हो फसाद पैदा करते हैं। इसी तरह का एक वाक़या कान्ना के इलाके में पेश आता है। दो मियाँ बीवी एक ऐसे ही जाली पीर को कत्ल कर देते हैं। कत्ल की वारदात होती क्यों है? कत्ल करने की वजह क्या है? क्या वजह है कि खावंद अपनी साबका बीवी के साथ आकर उस पीर को, जाली पीर को कत्ल कर देता है? ये सब कुछ दिखाएंगे आपको आज के इस प्रोग्राम में। मेरी भांजी आ मेरी भैन के घर वड़िया, थुक्कां फक्कां मारियां ते बच्ची नूं लैके ते निकल गया चोरी। 6 साल बाद मेरी भांजी मेरे को आती है, मेरे दरवाजे ते आके डिगदी है, मैनू माफ़ी दे दे, अपने कदमां 'च जगह दे। सर जी बच्चे की खातर वो चली गई है, वो कोई गंदी नहीं सी बहुत जी। पीर साहब दे नाल चली गई। ਉਹਨੂੰ ਘਰੋਂ ਲੈ ਕੇ ਆਏ ਨੇ, ਹੋਰ ਤੂੰ ਮੇਰੇ ਨਾਲ नहीं सी। अच्छा, तू कल्ले ने मारा? जी बहुत थोड़ा सी मेरे को। थोड़ा सा। जाली पीर को कत्ल करने वाला मुलजिम, उसको तो पुलिस ने गिरफ्तार कर लिया है, इन्वेस्टिगेशन कान्ना ने। जो इसकी बीवी थी, साबका बीवी, जो इसके साथ शरीके जुर्म है, उसे कोर्ट ने जुडिशल कर दिया है। कैसे कत्ल की वारदात होती है, वजह क्या है, क्यों कत्ल किया जाता है, ये सब कुछ जानते हैं मुलजिम की ज़ुबानी। की नाम है भी तेरा? बहुत जी मैं ठोकर नियाबे ਦਾ ਰੈਸ਼ੀ ਹਾਂ, ਰਿਆਜ਼ ਮੇਰਾ ਨਾਮ ਹੈ। ਰਿਆਜ਼ ਦਾ ਮੈਂ ਕੰਮ ਕਰਨਾ। ਰਿਆਜ਼ ਤੂੰ ਤੇ ਸਾਰੀਆਂ ਗੱਲਾਂ ਰੱਟ ਲਈਆਂ ਨੇ। ਜੀ ਜੀ। ਹੌਲੀ ਹੌਲੀ ਦੱਸ, ਕਿੱਥੇ ਦਾ ਰਹਿਣ ਵਾਲਾ ਹੈ? ਜਨਾਬ ਮੈਂ ਠੋਕਰ ਨਿਆਬੇ ਦਾ ਰੈਸ਼ੀ ਹਾਂ। ਅੱਛਾ, ਫਿਰ? ਸ਼ਰੀਫ ਖਾਨਦਾਨ ਦਾ ਮੈਂ ਆਦਮੀ ਹਾਂ। ਠੀਕ ਹੈ। ਮੈਂ ਸਰ ਹਵਾਲਾਤ ਅੱਜ ਤੱਕ ਨਹੀਂ ਵੇਖੀ, ਨਾ ਸਾਡੇ ਕੋਲ ਖਾਨਦਾਨ ਚੋਂ ਕਿਸੇ ਨੇ ਵੇਖੀ ਹੈ। ਠੀਕ ਹੈ। ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਆ। ਠੀਕ ਹੈ। ਹੱਕ ਲਾਲ ਦੀ ਕਰਕੇ ਖਾਣ ਵਾਲੇ ਬੰਦੇ ਆ। ਠੀਕ ਹੈ। ਲਿਆਦਾ ਮੈਂ ਇਹਨੂੰ ਕੋਈ ਮਾਰਨ ਵਾਲਾ ਸਰ ਜੀ ਨਜਾਇਜ਼ ਨਹੀਂ ਕੀਤਾ। ਠੀਕ ਹੈ। ਪਹਿਲੋਂ ਮੇਰੀ ਭੈਣ ਦੇ ਘਰ ਵੜਿਆ ਤੇ ਲਿਆਦਾ ਇਹ ਹੈ ਕੌਣ ਸੀ ਪਹਿਲੇ ਇਹਦੇ ਬਾਰੇ ਦੱਸ। ਕ੍ਰਿਸਚਨ ਸੀ ਸਰ ਜੀ, ਚੂੜਾ। ਤੇ ਤੇਰੀ ਬੀਵੀ ਨਾਲ ਇਹਦਾ ਕੀ ਮੈਂ ਤਾਲੁਕ ਤੁਹਾਨੂੰ ਸੀ? ਬਹੁਤ ਜੀ ਉਸ ਤਰ੍ਹਾਂ ਹੀ ਫਿਰ ਉੱਥੇ ਹੀ ਕਹਾਣੀ ਲਿਆ। ਸਾਰੀ ਕਹਾਣੀ ਸੁਣਾ ਨਾ। ਹਾਂ ਸਾਰੀ ਸੁਣਾਉਣ ਲੱਗਾ ਨਾ। ਇਹ ਨਾ ਮੇਰੀ ਭਾਂਜੀ ਆ ਮੇਰੀ ਭੈਣ ਦੇ ਘਰ ਵੜਿਆ ਤੇ ਇਹ ਮੇਰੀ ਭਾਂਜੀ ਨੂੰ ਵਰਗਲਾ ਕੇ ਨਾ 12 ਕੇ 13 ਸਾਲਾਂ ਦੀ ਹੈਗੀ ਸੀ ਬਹੁਤ ਜੀ। ਠੀਕ ਹੈ। 12-13 ਸਾਲ ਦੀ? ਜੀ ਜੀ। ਇਹਦੀ ਕਿੰਨੀ ਉਮਰ ਸੀ? ਇਸ ਤਰ੍ਹਾਂ ਹੀ ਗੱਲ ਹੈ ਬਹੁਤ ਇਹ ਜੀ। ਮਕਤੂਲ ਦੀ ਕਿੰਨੀ ਉਮਰ ਸੀ? ਇਹਦੀ ਹੈਗੀ ਸੀ 45 ਕੁ ਸਾਲ। ਅੱਛਾ ਠੀਕ ਹੈ। ਫਿਰ 46 ਸਾਲ। ਠੀਕ ਹੈ। ਇਹ ਸਰ ਜੀ ਉਹਨੂੰ ਇਹਨੇ ਫੁੱਕਾਂ ਫਾਕਾਂ ਮਾਰੀਆਂ ਤੇ ਮੇਰੀ ਭੈਣ ਨੂੰ ਵੀ ਅੰਨਿਆ ਉੰਨਿਆ ਕਰਤਾ ਤੇ ਇਹ ਬੱਚੀ ਨੂੰ ਲੈ ਕੇ ਤੇ ਨਿਕਲ ਗਿਆ ਚੋਰੀ। ਠੀਕ ਹੈ। ਇਹਨੇ ਕੀ ਕੀਤਾ, ਉਹਦੇ ਨਾਲ ਬਾਹਰ ਕਰ ਜਾ ਕੇ ਇਹਨੇ ਕਿਤੇ ਨਿਕਾਹ ਨੂੰ ਕਰਾ ਲਿਆ ਬੱਚੀ ਦੇ ਨਾਲ। ਠੀਕ ਹੈ। ਇਹ ਜਿਹਨੂੰ ਇਲਮ ਕਰਦਾ ਸੀ ਉਹਦੀ ਜ਼ਿੰਦਗੀ ਤਬਾਹ ਕਰਦਾ, ਅੱਲਾ ਜਾਣਦਾ, ਕੱਖਾਂ ਦੇ ਕੱਖ ਰੋਲ ਜਾਂਦਾ ਸੀ ਉਹਨੂੰ। ਅੱਛਾ ਜੀ। ਇਹ ਜੀ ਬਹੁਤ ਜੀ ਪਹਿਲਾਂ ਮੇਰੀ ਭਾਂਜੀ 'ਚੋਂ ਇੱਕ ਬੱਚੀ ਪੈਦਾ ਹੋਈ। ਜਦੋਂ ਮਿਲੀ ਉਹਨੇ ਦੱਸਿਆ ਉਹਨੇ ਕਿ ਮਾਮੂ ਇਹਨੇ ਠੁੱਡਾ ਮਾਰ ਕੇ ਤੇ ਮਾਰ ਦਿੱਤੀ ਸੀ। ਅੱਛਾ, ਜ਼ਿੰਦਾ ਸੀ ਉਹ ਬੱਚੀ? ਪੇਟ 'ਚ ਹੀ ਮਾਰਤੀ। ਪੇਟ 'ਚ ਮਾਰਤੀ। ਜੀ ਠੀਕ ਜੀ। ਹੈ। ਬਾਅਦ ਵਿੱਚ ਇੱਕ ਬੱਚਾ ਪੈਦਾ ਹੋਇਆ ਹੁਣ 6 ਕੁ ਸਾਲਾਂ ਦਾ ਹੈਗਾ, ਉਹ ਮੇਰੀ ਭਾਂਜੀ ਦੇ ਕੋਲ ਹੈ। ਠੀਕ ਹੈ। ਲਿਆਦਾ 6 ਸਾਲਾਂ ਬਾਅਦ ਮੇਰੀ ਭਾਂਜੀ ਮੇਰੇ ਕੋਲ ਆਉਂਦੀ ਹੈ, ਮੇਰੇ ਦਰਵਾਜ਼ੇ ਤੇ ਆ ਕੇ ਡਿੱਗਦੀ ਹੈ, ਕਹਿੰਦੀ ਮਾਮੂ ਜਿਵੇਂ ਜਾਣਨਾ ਮੈਂ ਕੱਖਾਂ ਦੇ ਕੱਖ ਹੋ ਗਈਆਂ ਤੇ ਮੈਨੂੰ ਕੋਈ ਭੈਣ ਭਰਾ ਨਹੀਂ ਮਿਲਦਾ ਤੇ ਤੂੰ ਲਿਆਦਾ ਮੈਨੂੰ ਮਾਫੀ ਦੇ ਦੇ, ਆਪਣੇ ਕਦਮਾਂ 'ਚ ਜਗ੍ਹਾ ਦੇ ਦੇ। ਠੀਕ ਹੈ। ਮੈਂ ਕਿਹਾ ਪੁੱਤਰਾ ਤੇਰੀ ਮਾਮੀ ਖੜੀ ਹੋਈ, ਅਗਰ ਪੁੱਛ ਲਾ ਜੇ ਮਾਫੀ ਦਿੰਦੀ ਤੇ ਠੀਕ ਹੈ, ਜੇ ਨਹੀਂ ਦਿੰਦੀ ਤੇ ਮੈਂ ਕਿਹਾ ਇਹਦੀ ਮਰਜ਼ੀ। ਮੈਂ ਬੜਾ ਲੋਕ ਕਰਦੇ ਕਰਾਉਂਦੇ ਹੋ। ਮੇਰੇ ਬੱਚਿਆਂ ਨੇ ਕਿਹਾ ਜੀ, ਉਹਨਾਂ ਕਿਹਾ ਕੋਈ ਗੱਲ ਨਹੀਂ ਮਾਫ ਕਰ ਦਿਓ, ਧਿਆਣੀ ਕੋਈ ਨਹੀਂ ਗੱਲ, ਵੇਖ ਕੇ ਮੈਂ ਰੋਂਦੀ ਵੀ ਨਿੱਕਾ ਜਿਹਾ ਬੱਚਾ ਹੁੰਦੇ ਕੋਲ। ਠੀਕ ਹੈ ਜੀ। ਫਿਰ ਜੀ ਲਿਆਦਾ ਅਸੀਂ ਸਰ ਜੀ ਨੂੰ ਆਪਣੇ ਕੋਲ ਰੱਖ ਲਿਆ? ਆਪਣੇ ਕੋਲ ਬਹੁਤ ਜੀ ਰੱਖ ਲਿਆ। ਠੀਕ ਹੋ ਗਿਆ। ਫਿਰ ਅੱਗੇ ਅੱਗੇ ਕੀ ਹੋਇਆ? ਜੀ ਜੀ ਆਪਣੇ ਕੋਲ ਇਹਨੂੰ ਰੱਖ ਲਿਆ। ਮੈਂ ਬੈਠਕ 'ਚ ਇਹਨੂੰ ਜਗ੍ਹਾ ਦੇ ਦਿੱਤੀ। ਮੈਂ ਕਿਹਾ ਚੱਲ ਯਾਰ ਆਪਣੇ ਘਰ ਜਾਣਾ, ਜਦੋਂ ਕੋਈ ਐਵੇਂ ਕਰੇ ਨਾ ਇੱਥੇ ਆ ਕੇ ਤੇ ਆਪਦਾ ਡੇਰਾ ਲਾ ਲਿਆ ਕਰਦੇ, ਚਲੋ ਤੇਰੀ ਰੋਟੀ ਚਲਾਏ ਦਾ ਅੱਲਾ ਪਾਕ, ਚਲੋ ਜੋ ਵੀ ਯਾਰ ਨਸੀਬਾਂ 'ਚ ਹੈਗੀ। ਇਹਨੇ ਉੱਥੇ ਕੀ ਕੀਤਾ, ਇੱਕ ਦੋ ਔਰਤਾਂ ਆਈਆਂ ਨੇ ਤੇ ਉਹਨਾਂ ਕਿਹਾ ਰਿਆਜ਼ ਇਹ ਬੰਦਾ ਨਹੀਂ ਠੀਕ ਹੈਗਾ। ਮੇਰੀ ਕੁੜੀ ਨੂੰ ਇਹਨੇ ਕਿਹਾ ਕਿ ਹਾਂ ਬਿਸਤਰ ਹੋ ਮੇਰੇ ਨਾਲ ਤੇ ਫਿਰ ਮੇਰਾ ਮਕਸਦ ਇਹ ਤੇਰੀ ਬੱਚੀ ਠੀਕ, ਫਿਰ ਤੂੰ ਠੀਕ ਹੋਵੇਂ। ਅੱਛਾ, ਉਹ ਪੀਰਾਂ ਵਾਲਾ, ਉਹੀ ਜਾਲੀ ਪੀਰਾਂ ਵਾਲਾ ਕੰਮ ਕੀਤਾ। ਤੂੰ ਵੀ ਤੇ ਉਹਨੂੰ ਜਗ੍ਹਾ ਦੇਤੀ ਨਾ ਆਪਣੀ ਦੁਕਾਨਦਾਰੀ ਚਮਕਾਉਣ ਵਾਸਤੇ, ਰਿਹਾਇਸ਼ ਦੇਤੀ। ਦੁਕਾਨਦਾਰੀ ਚਮਕਾਉਣ ਵਾਸਤੇ। ਤੂੰ ਕਿਹਾ ਤੈਨੂੰ ਕੁਝ ਲੱਭੇ ਕਰੇਗਾ? ਨਹੀਂ ਬਹੁਤ ਜੀ, ਨਹੀਂ ਨਹੀਂ। ਮੈਨੂੰ ਇਹਨੇ ਕੀਤਾ ਸੀ, ਮੈਂ ਆਪ ਨੂੰ ਸਹੀ ਕਰਾਉਣਾ ਸੀ, ਮੈਂ ਤੈਨੂੰ ਤਦ ਜਗ੍ਹਾ ਦਿੱਤੀ। ਮੈਂ ਤੈਨੂੰ ਇਹਨੇ ਕੀ ਸਹੀ ਕਰਨਾ ਸੀ ਜਿਹੜਾ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਿਆ? ਬਹੁਤ ਜੀ ਮੈਂ ਉਹੋ ਜਿਹਾ ਕਹਿਣਾ ਪਿਆ ਕਿ ਮੈਂ 2 ਸਾਲ ਮੇਰੀ ਇਹਨੇ ਆਤਮਾ ਰੋਲੀ ਰੱਖੀ ਹੈ। ਜਿਹਨੂੰ ਹੋਵੇ ਅੱਲਾ ਜਾਣਦਾ, ਉਹਨੂੰ ਪਤਾ ਹੁੰਦਾ, ਦੂਜੇ ਨੂੰ ਨਹੀਂ ਪਤਾ ਹੁੰਦਾ। ਹਾਂ ਹਾਂਜੀ ਠੀਕ ਹੈ। ਫਿਰ ਇਹਨੇ ਲਿਆਦਾ ਉੱਥੇ ਇਹਨੂੰ ਮੈਂ ਜਗ੍ਹਾ ਦਿੱਤੀ। ਇਹਨੇ ਕੀ ਕੀਤਾ, ਹੌਲੀ ਹੌਲੀ ਮੈਨੂੰ ਨਹੀਂ ਸੀ ਪਤਾ ਕੀ ਕਰਦਾ ਕਰਾਦਾ, ਮਹੱਲੇ ਵਾਲਿਆਂ ਬਾਹਰ 2-4 ਜਣੇ ਮੈਨੂੰ ਲਾਮੇ ਦਿੱਤੇ। ਮੈਂ ਸਰ ਜੀ ਇਹਨੂੰ ਉੱਥੇ ਚਪੇਟਾਂ ਵੀ ਮਾਰੀਆਂ। ਮੈਂ ਕਿਹਾ ਤੇਰੀ ਖਬਰ ਮਿਲੀ ਤੇ ਆ ਬਾਤ ਹੈ ਤੇ ਤੂੰ ਕਿੱਡਾ ਯਾਰ ਗਲਤ ਕਿਸਮ ਦਾ ਇਨਸਾਨ ਹੈ ਤੇ ਮੈਂ ਕਿਹਾ ਇੱਥੇ ਆ ਕੇ ਨਾਮ ਵੜਿਆਗਾ। ਭਣੇਵੀਂ ਮੇਰੀ ਰੋਣ ਲੱਗ ਪਈ, ਕਹਿੰਦੀ ਨਹੀਂ ਮਾਮੂ ਅੱਲਾ ਜਾਣਦਾ, ਨਾ ਇਹਨੂੰ ਕੁਛ ਕਹਿ, ਦਫਾ ਕਰ ਪਰਾਂ।
ਇੱਕ ਅੱਖਾਂ ਦੇ ਕੱਖ ਕਰ ਦਿੰਦਾ ਤੇ ਜ਼ਿੰਦਗੀ ਤਬਾਹ ਕਰ ਦਿੰਦਾ ਤੇਰੀ, ਜਿਵੇਂ ਤੂੰ ਉਹਨੂੰ ਦੋ ਚਾਟਾ ਮਾਰ ਦਿੱਤੀਆਂ। ਠੀਕ ਹੈ। ਫਿਰ ਲੋ ਬਾਊ ਜੀ ਇਹ ਉੱਥੇ ਹੌਲੀ ਹੌਲੀ ਕਰਕੇ ਨਾ, ਮੈਨੂੰ ਨਹੀਂ ਪਤਾ ਕਿ ਸਾਡੇ ਘਰ 'ਚ ਵੀ ਇਹਨੇ ਸੰਨ ਲਾਈ ਹੈ। ਤੇਰੀ ਬੀਵੀ ਦੇ ਨਾਲ ਵੀ ਇਹਨੇ ਹਾਂ, ਤਲਕਾਲ ਤੁਹਾਨੂੰ ਬਣਾ ਮੈਂ ਲਿਆ? ਦੱਸਣਾ। ਹਾਂਜੀ ਹਾਂ ਦੱਸ ਨਾ। ਬਿਲਕੁਲ ਉਹ ਇਸ ਤਰ੍ਹਾਂ ਹੀ ਹੋਇਆ ਕਿ ਮੇਰੀ ਬੀਵੀ ਨੂੰ ਇਸ ਤਰ੍ਹਾਂ ਆ ਭਾਂਜੀ ਮੇਰੀ ਨੇ ਕਿਹਾ ਕਿ ਗੱਲ ਸੁਣ ਮੰਮੀ, ਤੂੰ ਇਸ ਤਰ੍ਹਾਂ ਕਰ ਕੇ ਅਸੀਂ ਇੱਥੋਂ ਨਿਕਲ ਜਾਣਾ ਹੈ ਤੇ ਸਾਡੇ ਨਾਲ ਚੁੱਪ ਕਰਕੇ ਲਗਾ ਚਲੀ, ਨਹੀਂ ਤੇ ਇਹਨੇ ਤੇਰਾ ਪੁੱਤਰ ਮਾਰ ਦੇਣਾ ਹੈ। ਅੱਛਾ। ਜਿਵੇਂ ਜਾਣੀ ਹੈ ਮੇਰੀ ਮੋੜੀ ਨਾਲ, ਨਹੀਂ ਤੇ ਇਹਨੇ 3-4 ਮਹੀਨੇ ਤੋਂ ਪੈਣ ਨਹੀਂ ਦੇਣਾ ਤੇ ਮੁੰਡਾ ਤੇਰਾ ਮਾਰ ਦੇਣਾ। ਠੀਕ ਹੈ। ਸਰ ਜੀ ਬੱਚੇ ਦੀ ਖਾਤਰ ਉਹ ਚਲੀ ਗਈ ਹੈ, ਉਹ ਕੋਈ ਗੰਦੀ ਨਹੀਂ ਸੀਗੀ ਬਹੁਤ ਜੀ, ਮੇਰੀ ਫੁੱਫੀ ਦੀ ਲੜਕੀ ਉਹ, ਤੇ ਲਿਆਦਾ ਅੱਜ ਤੱਕ ਉਹ ਕਦੀ ਦਰਵਾਜ਼ੇ ਤੇ ਕਦੀ ਸੌਦਾ ਲੈਣ ਨਹੀਂ ਗਈ। ਅੱਛਾ, ਉਹ ਇਹਦੇ ਨਾਲ ਉਹ ਘਰੋਂ ਚਲੀ ਇਹਨਾਂ ਗਈ? ਦੇ ਨਾਲ ਚਲੀ ਗਈ ਸਾਡੀ। ਘਰ ਛੱਡ ਗਈ, ਤੈਨੂੰ ਛੱਡ ਗਈ, ਬੱਚਿਆਂ ਨੂੰ ਛੱਡ ਜੀ ਗਈ? ਗੱਲ ਬੱਚਾ ਮੇਰੇ ਕੋਲ ਸੀ ਸਾਡੀ। ਬੱਚਿਆਂ ਨੂੰ ਛੱਡ ਕੇ ਚਲੀ ਗਈ ਬੱਚਾ ਨਾ? ਇਕੱਲਾ ਇਕੱਲਾ ਮੇਰਾ ਪੁੱਤਰ ਹੈ ਪੀਰ ਸਾਡੀ। ਸਾਹਿਬ ਦੇ ਨਾਲ ਚਲੀ ਗਈ? ਆ ਸ਼ਮਾ ਦੇ ਨਾਂ ਦੇ ਨਾਲ ਚਲੀ ਗਈ। ਠੀਕ ਹੈ। ਲਿਆਦਾ ਇਹ 2 ਸਾਲ ਮੈਨੂੰ ਨਹੀਂ ਯਾਨੀ ਕਿ ਖਬਰ ਮਿਲੀ ਕਿ ਕਿੱਥੇ ਨਹੀਂ ਹੈ ਕਿੱਥੇ, ਬੜਾ ਮੈਂ ਸਰ ਜੀ ਲੱਭਿਆ, ਠੀਕ ਹੈ। ਨਹੀਂ ਲੱਭੇ। ਲਿਆਦਾ ਇੱਕ ਦਿਨ ਮੈਨੂੰ ਫੋਨ ਆਉਂਦਾ ਹੈ ਤੇ ਇਹ ਗੋਡੇ ਗੋਡੇ ਰੋਣ ਦੀ ਹੁੰਦੀ ਹੈ, ਕਹਿੰਦੀ ਬੀਵੀ ਤੇਰੀ? ਜੀ ਜੀ। ਠੀਕ ਹੈ। ਕਿ ਲਿਆਦਾ 2 ਸਾਲ ਬਾਅਦ? ਇੰਜੀ ਗੱਲ ਹੈ, 2 ਸਾਲਾਂ ਬਾਅਦ ਠੀਕ ਹੈ। ਕਿਤੇ ਉਹਨੂੰ ਨੰਬਰ ਲੱਭਦਾ ਤੇ ਮੇਰੇ ਨਾਲ ਕਾਲ ਮਿਲਦੀ ਤੇ ਮੇਰਾ ਇੱਕ ਰੰਗ ਜਾਵੇ ਤੇ ਇੱਕ ਮੇਰਾ ਰੰਗ ਆਵੇ। ਮੈਂ ਕਿਹਾ ਜਾਨੂੰ ਤੂੰ ਕਿੱਥੇ ਗਈ? ਕਹਿੰਦੀ ਜਿਵੇਂ ਜਾਣਨਾ ਨਾ ਤੂੰ ਮੇਰੇ ਤੱਕ ਪਹੁੰਚਣਾ ਹੀ, ਤੇ ਨਹੀਂ ਤੇ ਇਹਨਾਂ ਨਾਲ ਮੁੰਡੇ ਨੂੰ ਮੁੱਲਾ ਜਾਣ ਦਾ 3 ਮਹੀਨਿਆਂ 'ਚ ਖਤਮ ਕਰ ਦੇਣੇ। ਕਬਰਸਤਾਨ ਨਾਲ ਪਹਿਲੀ ਕੁੱਜੀ ਨਾ ਪਾਇਆ ਤੇ ਮੈਨੂੰ ਕਹਿਣ ਡਿਆ ਸੀ ਕਿ ਮਾਰਨ ਕੁੱਟਣ ਵੀ ਲਾ ਪਿਆ ਉੱਥੇ। ਉਹਦੇ ਕੋਈ ਇਸ ਟਾਈਮ 3 ਜਣੀਆਂ ਸੀ ਬਹੁਤ ਜੀ, 4 ਇਹਨੇ ਛੱਡ ਦਿੱਤੀਆਂ ਨੇ। ਅੱਛਾ। ਇਸ ਟਾਈਮ 3 ਇੱਕ ਬੀਵੀ ਮੇਰੀ ਤੇ 2 ਇੱਕ ਮੇਰੀ ਭਾਂਜੀ ਇੱਕ ਹੋਰ। ਅੱਛਾ ਅੱਛਾ। ਹਾਂਜੀ ਠੀਕ ਹੋ ਗਿਆ। ਤੇ ਲਿਆਦਾ ਉਹ ਅੱਛਾ, ਹੁਣ ਇਹ ਤੇ ਵਜ੍ਹਾ ਬਣ ਗਈ ਕਿ ਉਹਨੇ ਤੇਰੀ ਬੀਵੀ ਨੂੰ ਕਿਹਾ ਕਿ ਤੇਰੇ ਬੱਚੇ ਨੂੰ ਮਾਰ ਦੇਵਾਂਗਾ, ਤੇ ਉਹ ਉਹਦੇ ਨਾਲ ਚਲੀ ਗਈ। ਜੀ ਜੀ। ਫਿਰ ਕਤਲ ਕਰਨ ਦੀ ਕਤਲ ਕਰਨ ਦੀ ਵਾਰਦਾਤ ਕਿਵੇਂ ਹੋਈ ਉਹ ਦੱਸ। ਮੁਕਵਾ ਦੱਸ ਦਿੰਦੇ ਤੁਹਾਨੂੰ ਸਾਡੀ। ਹਾਂਜੀ। ਇਹ ਨਾ ਬੈਰੀਆ ਟੋਨ ਨਾ ਦਮ ਕਰਨ ਜਾ ਰਿਹਾ ਸੀ। ਜਾਣ ਲੱਗਿਆ ਨੂੰ ਮੈਂ ਜਾਣ ਦਿੱਤਾ, ਮੈਂ ਰਾਹ 'ਚ ਬੈਠਾ ਹਾਂ। ਲਿਆਦਾ ਜਦੋਂ ਆਂਦੀ ਦਫਾ ਆਇਆ ਮੈਂ ਬੋਜੀ ਦੇ ਰਾਹ 'ਚ ਬੈਠਾ ਸੀ। ਠੀਕ ਹੈ। ਤੇ ਮੈਂ ਉਹਨੂੰ ਬੋਜੀ ਥੋੜਾ ਮਾਰ ਕੇ ਉਹਨੂੰ ਥੱਲੇ ਸੱਟਿਆ। ਅੱਛਾ। ਲਿਆਦਾ ਤੇ ਮੈਂ ਤੇਰੀ ਬੀਵੀ ਵੀ ਨਾਲ ਸੀ? ਨਹੀਂ ਸਰ ਜੀ, ਮੈਂ ਇਕੱਲਾ ਹੀ ਸਾਂ ਜਨਾਬ। ਤੇ ਉਹਨੂੰ ਫਿਰ ਪੁਲਿਸ ਨੇ ਕਿਉਂ ਪੜਿਆ? ਜਨਾਬ ਉਹ ਤੇ ਕਾਰ ਘਰੋਂ ਲੈ ਕੇ ਆਏ ਨੇ ਸਾਡੇ। ਜੁਡੀਸ਼ੀਅਲ ਵੀ ਕਰ ਦਿੱਤਾ ਉਹਨੂੰ? ਬੋਜੀ ਉਹ ਤੁਹਾਨੂੰ ਕਹਿਣ ਡਿਆ ਕਿ ਉਹਨੂੰ ਘਰੋਂ ਲੈ ਕੇ ਆਏ ਨੇ, ਹੋਰ ਕੋਈ ਮੇਰੇ ਨਾਲ ਨਹੀਂ ਸੀਗੀ। ਅੱਛਾ, ਤੂੰ ਇਕੱਲੇ ਨੇ ਮਾਰਿਆ? ਜੀ ਬਹੁਤ ਥੋੜਾ ਸੀ ਮੇਰੇ ਕੋਲ। ਥੋੜਾ ਸੀ। ਤੇਰੀ ਬੀਵੀ ਤੇਰੇ ਨਾਲ ਕਤਲ ਵਿੱਚ ਮੁਲਵਸ ਸੀਗੀ? ਬਹੁਤ ਜੀ ਮੈਂ ਇਕੱਲਾ ਵਾਂ ਉੱਥੇ, ਉਹ ਨਹੀਂ ਨਾਲ ਹੈਗੀ ਸੀ ਮੇਰੇ। ਮੈਂ ਕਿਸ ਤਰ੍ਹਾਂ ਕਹਿ ਸਕਣਾ? ਉਹਦੇ ਕਹਿਣ ਤੇ ਮਾਰਿਆ? ਜੀ ਬਿਲਕੁਲ। ਬੀਵੀ ਦੇ ਕਹਿਣ ਉਹਦੇ ਕਹਿਣ ਤੇ ਮੈਂ ਮਾਰਿਆ ਤੇ ਇਹਦੇ ਕੀ ਸੋਚ ਕੇ ਮਾਰਿਆ? ਮਾਰਿਆ ਬਹੁਤ ਜੀ। ਪਹਿਲੋਂ ਇਹ ਮੇਰੀ ਭਾਂਜੀ ਲੈ ਗਿਆ, ਉਹਦੇ ਚੋਂ ਸਾਈ ਇਹਨੇ ਬੱਚਾ ਪੈਦਾ ਕੀਤਾ, ਫਿਰ ਮੇਰੀ ਬੇਗਮ ਲੈ ਗਿਆ ਸਾਡੀ। ਇਹ ਕ੍ਰਿਸਚਨ ਸੀ? ਜੀ ਜੀ। ਈਸਾਈ ਸੀ? ਈਸਾਈ ਹੈ ਸਾਡੀ। ਇਹ ਚੂੜਾ ਹੋਰ ਮੁਸਲਮਾਨ ਤੇ ਨਹੀਂ ਕਾਲਾ ਇਲਮ ਬਹੁਤ ਜੀ ਕਰਦਾ। ਅੱਛਾ ਜੀ। ਕਾਲਾ ਇਲਮ ਵੀ ਕਰਦਾ ਸੀ? ਜੀ ਕਾਲਾ ਇਲਮ ਇਹਦੇ ਕੋਲ ਵਾਕਈ ਹੈਗਾ ਸੀ, ਮੇਰੇ ਤੇ ਆਪ ਵੀ ਇਹਨੇ ਕੀਤੀ ਰੱਖਿਆ। ਅੱਛਾ। ਜੀ ਜੀ। ਇਹ ਚੱਟਾਂ ਤੱਕ ਮੈਂ ਸਾਡੀ ਨਹੀਂ ਠੀਕ ਹੋਇਆ, ਉਹਨੇ ਕਿ ਤੇਰੇ ਤੇ ਬੰਗਾਲੀ ਚੀਜ਼ਾਂ ਨੇ, ਤੈਨੂੰ ਉਹ ਹੀ ਠੀਕ ਕਰੇਗਾ। ਹੁਣ ਤੇਰਾ ਇਲਮ ਤੇਰੇ ਤੋਂ ਲੱਥ ਗਿਆ? ਇਹ ਇਹਨੇ 1.25 ਮਹੀਨਾ ਕਿ ਲਾਇਆ। ਪੁਲਿਸ ਵਾਲੇ ਇਹਦਾ ਇਲਾਜ ਕਰਾ ਰਹੇ ਨੇ? ਨਹੀਂ ਕੋਈ ਐਸੀ ਗੱਲ ਨਹੀਂ। ਇਹਨੇ 1.25 ਮਹੀਨਾ ਲਾ ਕੇ ਮੈਨੂੰ ਸਹੀ ਕੀਤਾ। 3 ਘੜੇ ਤੋੜੇ ਇਹਨੇ, ਆ ਬਿੱਜੂ ਨੇ ਜਿਹਨੂੰ ਮਾਰਿਆ। ਇਹਨੇ ਹੀ ਤੇਰਾ ਇਲਾਜ ਕੀਤਾ? ਬਿਲਕੁਲ ਬਿਲਕੁਲ ਜਨਾਬ, ਹੈ ਤੁਹਾਡੇ ਸਾਹਮਣੇ ਮੈਂ ਖੜਾ। ਅੱਛਾ ਜੀ ਜੀ। ਤੇ ਇਹ ਤੈਨੂੰ ਪੱਕਾ ਯਕੀਨ ਹੈ ਕਿ ਇਹ ਮੁਸਲਮਾਨ ਨਹੀਂ ਸੀ? ਇਹ ਹੈਗਾ ਈਸਾਈ ਹੈ ਜਨਾਬ। ਕੀ ਨਾਂ ਸੀ ਇਹਦਾ? ਇਹਦਾ ਨਾਂ ਸਾਗ। ਸਾਗ? ਹਾਂਜੀ। ਤੇ ਸਾਗ ਇਹਦਾ ਮਸੀਹ ਹੈ। ਸਾਗ ਮਸੀਹ ਹੈ? ਜੀ ਅੱਛਾ, ਕਾਲਾ ਇਲਮ ਕਰਦਾ ਸੀ? ਜੀ ਜੀ। ਕਾਲਾ ਇਲਮ ਇਹਨੇ ਤੇਰੇ ਤੇ ਵੀ ਹੋਇਆ ਸੀ, ਉਹਦਾ ਇਲਾਜ ਕੀਤਾ ਤੇਰਾ? ਬਿਲਕੁਲ ਬਿਲਕੁਲ ਕੀਤਾ। ਤੇਰੀ ਬੀਵੀ ਦਾ ਵੀ ਇਲਾਜ ਕੀਤਾ ਇਹਨੇ? ਨਹੀਂ ਉਹਨੂੰ ਹੈਗਾ ਹੀ ਨਹੀਂ ਸੀ, ਉਹਦਾ ਇਲਾਜ ਕਹਿੰਦੇ ਕਰਨਾ ਤੇ ਸੀ। ਤੇਰੀ ਬੀਵੀ ਕਿਉਂ ਛੱਡ ਕੇ ਚਲੀ ਗਈ? ਸਰ ਜੀ ਉਹਦੇ ਬੱਚੇ ਦੀ ਖਾਤਰ ਗਈ ਨਾ, ਜਦੋਂ ਮੇਰੀ ਉਹਨੇ ਆਤਮਾ ਰੁਲੀ ਵੇਖੀ, ਉਹਨੇ ਕਿਹਾ ਬੱਚੇ ਮੇਰੇ ਨੂੰ ਅੱਲਾ ਜਾਣਦਾ ਕੁਛ ਨਾ ਕੀ, ਮੈਂ ਤੇਰੇ ਨਾਲ ਜਾਣੀ ਸਰ ਜੀ। ਉਹ ਕੋਈ ਗੰਦੀ ਨਹੀਂ ਸੀ, ਕੋਈ ਮੇਰਾ ਉਹਨੇ ਸ਼ਾਦੀ ਵੀ ਕੀਤੀ ਸੀ ਉਹਦੇ ਨਾਲ? ਨਹੀਂ ਜਨਾਬ, ਸ਼ਾਦੀ ਨਹੀਂ ਕੀਤੀ? ਨਹੀਂ। ਵੈਸੇ ਹੀ ਨਾਲ ਚਲੀ ਗਈ ਸੀ? ਉਹ ਸਰ ਜੀ ਉਹ ਭਾਂਜੀ ਮੇਰੀ ਨੇ ਆਖਿਆ ਕਿ ਮਾਮੀ ਸਾਡੇ ਨਾਲ ਲੱਗੀ ਜਾਏ। ਭਾਂਜੀ ਕਿੱਥੇ ਵੇ? ਉਹ ਵੀ ਉੱਥੇ ਹੀ ਹੈ ਬਹੁਤ ਜੀ। ਤੁਹਾਡੇ ਕੋਲ? ਨਹੀਂ ਸਾਡੇ ਕੋਲ ਨਹੀਂ ਹੈਗੀ, ਉੱਥੇ ਹੀ ਹੈ। ਉੱਥੇ ਹੀ ਹੈ? ਉਹਦੇ 2 ਬੱਚੇ ਨੇ ਉਹਦੇ? ਇੱਕ ਬੱਚੀ ਫੌਤ ਹੋ ਗਈ, ਇੱਕ 6 ਸਾਲਾਂ ਦਾ ਬੱਚਾ ਹੈਗਾ ਬਹੁਤ ਜੀ। ਅੱਛਾ, ਤੇ ਤੂੰ ਉਹਨੂੰ ਕਤਲ ਕਰਕੇ ਠੀਕ ਕੀਤਾ? ਬਹੁਤ ਜੀ ਮੈਂ ਤੇ ਜ਼ਾਲਮ ਨੂੰ ਤੂੰ ਕਹਿੰਦਾ? ਬਹੁਤ ਜੀ ਮੈਂ ਤੇ ਇੱਜ਼ਤਦਾਰ ਬੰਦਾ, ਮੈਂ ਜੋ ਕੀਤਾ ਨਾ ਮੈਂ ਆਪਣੇ ਹੱਕ ਤੇ ਕੀਤਾ, ਅੱਗੋਂ ਮੇਰਾ ਅੱਲਾ ਵਾਸਤੇ ਕੋਈ ਮਸਲਾ ਨਹੀਂ। ਮੈਂ ਇੱਜ਼ਤਦਾਰ ਬੰਦਾ, ਮੈਂ ਤੇ ਆਪਣੀ ਇੱਜ਼ਤ ਦੀ ਖਾਤਰ ਕੀਤਾ। ਤੇਰੀ ਇੱਜ਼ਤ ਤੂੰ ਆਪਣੀ ਇੱਜ਼ਤ ਦੀ ਖਾਤਰ ਕੀਤਾ? ਜੀ ਜੀ। ਔਰ ਉਹ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ? ਕਦੀ ਕੋਈ ਗੱਲ ਆਈ ਤੇਰੇ ਸਾਹਮਣੇ ਕਾਲਾ ਜਾਦੂ ਵਾਲੀ ਗੱਲ? ਬੜੀਆਂ ਗੱਲਾਂ, ਦੱਸ ਨਾ ਕੋਈ ਗੱਲ। ਬੜੀਆਂ ਗੱਲਾਂ ਬਹੁਤ ਜੀ ਸਾਡੇ ਸਾਹਮਣੇ ਆਈਆਂ ਨੇ। ਠੀਕ ਹੈ, ਮਸਲਨ ਮੈਂ ਤੁਹਾਨੂੰ ਦੱਸਣਾ ਪਿਆ ਕਿ ਭਣੋਈਆ ਨੇ ਮੇਰਾ 3-4 ਮਹੀਨਿਆਂ 'ਚ ਮਾਰਤਾ ਭੈਣ ਦਾ। ਜਦੋਂ ਉਹ ਕੱਲੀ ਰਹਿ ਗਈ, ਉਹਦੀ ਧੀ ਨੂੰ ਵਰਗਲਾ ਕੇ ਲੈ ਗਿਆ ਬਹੁਤ ਜੀ। ਅੱਛਾ। ਇਹ ਜਾ ਇਹਨੇ ਬੱਚੇ ਹੁੰਦੇ 'ਚ 2 ਪੈਦਾ ਕੀਤੇ ਨੇ। ਅੱਛਾ।
ਨਹੀਂ ਤੇ ਇਹ ਕਾਲਾ ਜਾਦੂ ਕਿਸ ਤਰ੍ਹਾਂ ਦਾ ਕਰਦਾ ਸੀ ਕਾਲਾ ਇਹ ਜਾਦੂ? ਸਾਡੀ ਇਹ ਛੁਰੀ ਲੈਂਦਾ ਸੀ, ਛੁਰੀ ਉੱਤੇ ਉੱਲੂ ਦੇ ਖੂਨ ਦੀ ਸ਼ੀਸ਼ੀਆਂ ਦੀ 80 ਤੋਂ 90 ਹਜ਼ਾਰ ਦੀ ਉਹ ਲੈ ਕੇ ਆਂਦਾ ਸੀ। ਅੱਛਾ, ਉੱਲੂ ਦੇ ਖੂਨ ਹਾਂ, ਦੀ ਸ਼ੀਸ਼ੀ? ਜੀ, ਜੀ, ਬਿਲਕੁਲ। 80-90 ਹਜ਼ਾਰ ਰੁਪਏ ਦੀ? ਬਿਲਕੁਲ। ਉਹ ਕਿੱਥੋਂ ਮਿਲਦੀ? ਸਾਨੂੰ ਦੱਸਦਾ ਸੀ ਉਧਰੋਂ ਲੈ ਕੇ ਆਂਦਾ ਸੀ ਦਰਬਾਰ ਵਾਲੀ ਸਾਈਡ ਤੋਂ। ਅੱਛਾ ਠੀਕ ਹੈ। ਫਿਰ ਤੇ ਇਹ ਜਦੋਂ ਇਹਨੂੰ ਮੈਂ ਮਾਰਿਆ ਉੱਤੇ ਖੂਨ ਦੇ ਉੱਲੂ ਛੁਰੀਆਂ ਵਲੇਟੀਆਂ, ਕਿਤੇ ਕੋਈ 11 ਲਾ ਆ ਉੱਥੇ ਕੋਠੀ ਵਾਲਿਆਂ ਘਰ ਤੇ 11 ਲਈ ਆਂਦਾ ਸੀ। ਠੀਕ ਹੈ। ਤੇ 50,000 ਰੁਪਈਆ ਵੀ ਉਹਨਾਂ ਕੋਲ ਲੈ ਕੇ ਆਇਆ, ਪਹਿਲਾਂ ਹੀ ਲੈ ਆਂਦਾ ਹੁੰਦਾ ਸੀ ਪੈਸੇ। ਠੀਕ ਹੈ। ਤੇ ਉੱਥੇ ਛੁਰੀਆਂ ਸਰ ਜੀ ਮੈਂ ਖਿਲਾ ਕੇ ਆਪਦਾ ਨਾਲ ਥੋੜਾ ਰੱਖਿਆ, ਇਹਨੂੰ ਮੈਂ ਥੋੜਾ ਨਾਲ ਸਰ ਜੀ ਮਾਰਿਆ। ਠੀਕ ਹੈ। ਮੈਂ ਕੋਈ ਸਰ ਜੀ ਕੋਈ ਜਾਇਜ਼ ਨਹੀਂ ਕੀਤਾ, ਇੱਜ਼ਤਦਾਰ ਬੰਦਾ। ਅੱਛਾ, ਅਗਰ ਇਹ ਕਾਲਾ ਕੋਈ ਐਸੀ ਸਰ ਜੀ ਜਾਦੂ ਤੇ ਇੰਨਾ ਇਹਨੂੰ ਅਬੂਰ ਹਾਸਲ ਸੀ ਤੇ ਇਹਨੂੰ ਇਹ ਕਿਉਂ ਨਹੀਂ ਪਤਾ ਚੱਲਿਆ ਕਿ ਤੂੰ ਉਹਨੂੰ ਕਤਲ ਕਰਨ ਜਾ ਰਿਹਾ? ਸਰ ਜੀ ਇਹ ਉਦੋਂ ਪੜ੍ਹਾਈ ਕਰਦਾ ਪਿਆ, ਜਿੰਦੀ ਹਾਰ ਗਈ ਮੇਰੇ ਹੱਥੋਂ। ਇੱਕ ਹੱਥ ਦਾ ਅਸੀਂ ਉੱਤੇ ਚੱਲਣ ਡਿਆ ਸੀ, ਅੱਲਾ ਜਾਣਦਾ, ਮੈਂ ਅੱਲਾ ਨੂੰ ਜਾਣ ਦੇਣੀ ਹੈ। ਪਿਆ ਮੇਰੇ ਗਲ 'ਚ ਤੰਦੀ ਪੈ ਜੇ, ਇਹਦਾ ਹੱਥ ਇੱਕ ਉੱਤੇ ਸੀ, ਇੱਕ ਮੋਟਰਸਾਈਕਲ ਤੇ ਸੀ। ਅੱਛਾ, ਮੈਨੂੰ ਉਦੋਂ ਮੌਕਾ ਮਿਲਿਆ, ਚੀਜ਼ਾਂ ਉੱਤੇ ਗਈਆਂ ਸੀ। ਠੀਕ ਹੈ। ਹਾਂਜੀ। ਫਿਰ ਤੂੰ ਉਦੋਂ ਸਰ ਜੀ ਨੂੰ ਥੋੜਾ ਮਾਰਿਆ? ਥੋੜਾ ਮਾਰ ਕਿੱਥੇ ਕੇ ਮਾਰਿਆ? ਥੋੜਾ ਮਾਰ ਕੇ ਨੂੰ ਮੈਂ ਇੱਥੇ ਮਾਰ ਕੇ ਨੂੰ ਸੱਟਿਆ, ਥੱਲੇ ਲੈ ਗਿਆ, ਥੱਲੇ ਮਾਰ ਕੇ ਮੈਂ ਥੋੜੇ 2-4 ਮਾਰ ਮੌਕੇ ਤੇ ਮਰ ਗਿਆ ਸੀ? ਮੌਕੇ ਤੇ ਮੈਂ ਮਾਰਿਆ। ਉਹਦੇ ਬਾਅਦ ਤੂੰ ਫਰਾਰ ਹੋ ਗਿਆ? ਜੀ। ਫਿਰ ਕਿਸ ਤਰ੍ਹਾਂ ਫੜਿਆ ਗਿਆ? ਫਿਰ ਸਾਹਿਬ ਉਹਨਾਂ ਦੇ ਕੋਲ ਬੀਬੀ ਮੇਰੀ ਲੈਣ ਦਾ, ਹੋਰ ਲੈਣ ਦੇਣਾ। ਅੱਛਾ। ਤੇ ਫਿਰ ਮੈਂ ਆ ਗਿਆ। ਤੂੰ ਜੋ ਕੀਤਾ ਠੀਕ ਕੀਤਾ? ਬਿਲਕੁਲ ਜਨਾਬ, ਮੈਂ ਤੈਨੂੰ ਕੋਈ ਪਛਤਾਵਾ ਨਹੀਂ? ਕੋਈ ਪਛਤਾਵਾ ਨਹੀਂ ਸਰ ਜੀ, ਕੋਈ। ਤੇਰੀ ਬੀਵੀ ਦਾ ਵੀ ਕੋਈ ਕਸੂਰ ਨਹੀਂ? ਨਹੀਂ, ਬੀਵੀ ਮੇਰੀ ਦਾ ਵੀ ਕੋਈ ਕਸੂਰ ਨਹੀਂ ਲਿਆਦਾ ਸਰ ਜੀ, ਮਾਰਿਆ ਤੇ ਮੈਂ ਨਾ। ਠੀਕ ਹੈ। ਹਾਂਜੀ, ਠੀਕ ਹੋ ਗਿਆ। ਇਹਦੀ ਸਜ਼ਾ ਮੈਨੂੰ ਮਿਲੇ, ਕਿਸੇ ਨੂੰ ਨਾ ਅੱਲਾ ਜਾਣਦਾ ਮਿਲੇ, ਕਿਉਂਕਿ ਮਾਰਿਆ ਜੂ ਮੈਂ। ਠੀਕ ਹੈ। ਮੈਂ ਹੱਕ ਤੇ ਮਾਰਿਆ। ਅਨਸਾਰੀਆਂ ਮਜਲਾਇਆ ਸਰ ਜੀ, ਸ਼ਰੀਫ ਖਾਨਦਾਨ ਦਾ ਬੰਦਾ ਮੈਂ। ਅੰਸਾਰੀ ਜੁਲਾਏ ਹੁੰਦੇ ਨੇ? ਜੀ ਜੀ ਬਿਲਕੁਲ, ਪਾਵਲੀ। ਅੱਛਾ। ਤੇ ਆਪਾਂ ਖਾਨ ਅੱਜ ਤੱਕ ਮੈਂ ਹਵਾਲਾ ਦਾ ਬੂਆ ਨਹੀਂ ਵੇਖਿਆ ਬਹੁਤ ਜੀ, ਸਾਰੀ ਉਮਰ ਮੈਂ ਲੋਇਆ। ਨਸ਼ਾ ਤੇ ਨਹੀਂ ਕਰਦਾ ਕੋਈ? ਨਹੀਂ, ਸਿਗਰਟ ਪੀਣਾ ਖਾਲੀ ਸਾਦਾ। ਖਾਲੀ ਅੱਜ ਤਾਂ ਪਿਆਸ ਲੱਗੀ ਜਰਾ ਪਾਣੀ ਦੀ, ਹੋਰ ਕੋਈ ਗੱਲ ਅੱਛਾ। ਨਹੀਂ। ਇਹਦਾ ਮਤਲਬ ਹੈ ਤੂੰ ਬਿਲਕੁਲ ਰਾਜ਼ੀ ਹੈ ਜੋ तू ਕੀਤਾ? ਬਿਲकुल सर जी, और महाराज कोई शर्मिंदगी नहीं, कोई शर्मिंदगी नहीं। ठीक है जी। ये था जी वो मुलजिम जिसने एक ऐसे जाली पीर और जाली आमिर को मारा जिसके बारे में इसका ये कहना है कि वो काला इल्म का जो था माहिर था और उसका जो है मज़हब भी वो क्रिश्चियन था, ईसाई था और काला इल्म करता था, लोगों को नुकसान पहुंचाने वाला इल्म करता था और इसको अपने किए के ऊपर कोई पछतावा नहीं है। पुलिस की इन्वेस्टिगेशन इस बारे में क्या कहती है, क्योंकि ये कहता है कि इसने कत्ल खुद ही किया, इसकी बीवी इस कत्ल में मुलविस नहीं थी। इंचार्ज इन्वेस्टिगेशन या इसके आयु क्या कहते हैं वो उनकी ज़ुबानी सुन। फिर भांजी ਨੂੰ ਲੈ ਗਿਆ ਤੇ ਉਸ ਤੋਂ ਬਾਅਦ ਫਿਰ ਭਾਂਜੀ ਨੂੰ ਲੈ ਗਿਆ ਤੇ ਉਸ ਤੋਂ ਬਾਅਦ ਫਿਰ ਆਇਆ ਦੁਬਾਰਾ ਸੁਲਾਹ ਕੀਤੀ, ਸੁਲਾਹ ਕਰਕੇ ਤੇ ਉਸ ਤੋਂ ਬਾਅਦ ਸੁਲਾਹ ਕੀਤੀ ਤੇ ਜਗ੍ਹਾ ਦੀ ਘਰ ਚਲੋ ਥੋੜਾ ਜਿਹਾ ਕੰਮ ਚਲੋ ਕਰ ਲਿਆ ਕਰ ਸਰ ਜੀ, ਸਾਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਦਾ ਕੰਮ ਕਰ ਲੇਕਿਨ ਸਰ ਜੀ ਉਹਨੇ ਨਾ ਜ਼ਿਆਦਤੀ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਡਰਾਇਆ ਧਮਕਾਇਆ ਕਿ ਜੀ ਨਾ ਤੇ ਨਹੀਂ ਚੀਜ਼ਾਂ ਨਹੀਂ ਇਸ ਤਰ੍ਹਾਂ ਕਰਕੇ ਨਾ ਮੇਰੇ ਕਰਕੇ ਦਮ ਤੇ ਉਹਨੇ ਨਾ ਮੈਨੂੰ ਇਸ ਤਰ੍ਹਾਂ ਕਿਦਾ ਵਰਗਾ ਕੇ ਨਾ ਕਿ ਉਹਨੇ ਮੇਰੇ ਨਾਲ ਜ਼ਿਆਦਤੀ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦਾ ਮੈਂ ਤੇਰੇ ਬੇਟੇ ਨੂੰ ਮਾਰ ਜਾਵਾਂਗਾ ਅਗਰ ਤੂੰ ਮੇਰੇ ਨਾਲ ਨਾ ਗਈ ਤੇ ਸਰ ਜੀ ਉਹ ਮੇਰੀ ਬਹੂ ਨੂੰ ਵੀ ਇਸ ਤਰ੍ਹਾਂ ਕਹਿਣ ਲੱਗ ਪਿਆ। ਉਸ ਤੋਂ ਬਾਅਦ ਸਰ ਜੀ ਮੇਰੀਆਂ ਭਾਂਜੀਆਂ ਸੀ ਉਹ ਤੀਜੀਆਂ ਸੀ ਉਹ ਕਿ ਇਸ ਤਰ੍ਹਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਕਰਨਾ ਪਿਆ। ਫਿਰ ਮੈਂ 2 ਸਾਲ ਬਾਅਦ ਮੈਨੂੰ ਲੈ ਕੇ ਆਇਆ, ਮੈਨੂੰ ਪਤਾ ਲੱਗਾ ਕਿ ਮੈਂ ਕਿਸ ਤਰ੍ਹਾਂ ਕਰਵਾ ਗਈ। ਸਰ ਜੀ ਉਹ ਸਾਡੇ 'ਤੇ ਬਹੁਤ ਜ਼ਿਆਦਾ ਜ਼ੁਲਮ ਕਰਨ ਲੱਗ ਪਿਆ। 2 ਸਾਲ ਬਾਅਦ ਜਦੋਂ ਮੈਨੂੰ ਲੈ ਕੇ ਆਇਆ ਤਾਂ ਉਸ ਤੋਂ ਬਾਅਦ ਫਿਰ ਉਹਨੇ ਤਲਾਕ ਲੈ ਕੇ ਤੇ ਫਿਰ ਮੈਂ ਨਿਕਾਹ ਕੀਤਾ। 2 ਸਾਲ ਬਾਅਦ 2 ਸਾਲ ਮੈਂ ਜ਼ਿਆਦਤੀ ਕਰਦਾ ਰਿਹਾ। 2 ਸਾਲ ਦੇ ਬਾਅਦ ਕਹਿੰਦਾ ਮੈਂ ਤੇਰਾ ਬੇਟਾ ਮਾਰ ਦੇਣਾ। ਮੁਹੱਲੇ 'ਚ ਜਿਹੜੇ ਕੋਈ ਲੋਕ ਕੰਮ ਕਰਵਾਉਣ ਆਉਂਦੇ ਸਾਨੂੰ ਉਹਨਾਂ ਬੱਚਿਆਂ ਨਾਲ ਵੀ ਕਹਿੰਦਾ ਸੀ ਜ਼ਿਆਦਤੀ ਕਰਨੀ ਹੈ। ਜਿਹੜੇ ਰਿਸ਼ਤੇਦਾਰਾਂ ਨਾਲ ਵੀ ਕਹਿੰਦਾ ਸੀ ਆਪਣੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨਾਲ ਵੀ ਕਰਵਾ ਸੈਟਿੰਗ ਮੇਰੀ ਇਸ ਤਰ੍ਹਾਂ ਕਰਕੇ। ਫਿਰ ਮੇਰੀ ਬਹੂ ਆ ਗਈ, ਫਿਰ ਉਹਦੇ ਨਾਲ ਵੀ ਕਹਿੰਦਾ ਕਰਵਾ ਸੈਟਿੰਗ। ਸਰ ਜੀ ਕਿੰਨਾ ਕੁਛ ਕਿੰਨੀ ਕੁ ਬਰਦਾਸ਼ਤ ਕੀਤੀ। 12 ਸਾਲ ਹੋ ਗਏ, 2 ਸਾਲ ਹੋ ਗਏ ਮੈਨੂੰ ਇਹਦੇ ਕੋਲ ਤਲਾਕ ਲਈ ਨਿਕਾਹ ਨਹੀਂ ਕਰਦਾ ਸੀ, ਜ਼ਿਆਦਤੀ ਕਰਦਾ ਰਿਹਾ। ਅਤੇ ਉਸ ਤੋਂ ਬਾਅਦ ਫਿਰ ਹੋਰ ਬੱਚੀਆਂ ਨਾਲ ਵੀ ਬਹੁਤ ਜ਼ਿਆਦਾ ਜ਼ਿਆਦਤੀ। ਅਤੇ ਸਰ ਜੀ ਤੰਗ ਆ ਗਏ ਸੀ, ਬਹੁਤ ਜ਼ਿਆਦਾ ਤੰਗ ਆ ਗਏ ਸੀ। ਬੱਚੇ ਨੂੰ ਬਿਮਾਰ ਕਰ ਦਿੰਦਾ ਸੀ, ਇੰਨਾ ਜ਼ਿਆਦਾ ਬਿਮਾਰ ਕਰ ਦਿੰਦਾ ਸੀ, ਬਹੁਤ ਜ਼ਿਆਦਾ ਬਿਮਾਰ ਕਰ ਦਿੰਦੇ ਸਰ ਜੀ। ਅਸੀਂ बहुत ज़्यादा परेशान हुए। फर्दर इन्वेस्टिगेशन में ये पता चलता है कि ये जेली पीर हैं, जेली काम आमल हैं, वो कैसे कि इनकी CDR अप्लाई करते हैं। फैमिली से जब पता इसकी फैमिली मिल जाती है तो इसका मोबाइल नंबर भी मिल जाता है। मैं इसकी CDR अप्लाई करता हूँ तो मोर देन 600 लोगों से मैं जब फ़ोन पे बात करता हूँ तो उसमें मेजॉरिटी 95% ख़वातीन हैं। अच्छा। और वो ये कहती हैं ये बाबा जी हैं। पहले तो वो मानती नहीं हैं, जब पुलिस का बताते हैं तो वो फिर उसको मर्डर का बताते हैं तो वो फिर कह देती हैं जी ये बाबा जी थे, हमने दम करवाना था, इतने पैसे लिए थे।
اس میں مزید انٹرسٹنگ چیز یہ ہے کہ ایجوکیٹڈ لوگ بھی اس میں ہیں جو اس کے وکٹم، اچھا پڑھے لکھے لوگ بھی؟ پڑھے لکھے لوگ۔ لاسٹ ٹائم مرڈر کی رات یہ جو جیلی پیر ہے محمد اسحاق مقتول، جس کی ایج تقریباً 50 کے قریب ہے اور یہ پچھلے 20 سال سے اسی دندے میں ہے، یہ وہاں پہ بحریہ میں ایک سادہ لو ایجوکیٹڈ فیملی ہے، ان کے گھر یہ گیا ہے، ان سے اس نے کو 50,000 لیا ہے اور وہ کہتے تھے ہمارے پاس سیب ہیں، ہمارے گھر کے دروازے جو ہیں وہ بجتے ہیں اور ہمارے جسم جلتے ہیں۔ جب وہاں سے یہ نکلا ہے تو رستے میں اس کا مرڈر ہوتا ہے۔ وہ ہوتا کیسے ہے؟ انفارچونیٹلی یہ جو ریاض اس کا قاتل ہے، 15 سال پہلے اس کی بھانجی کو یہ بھگا لیا تھا اور اب اس کی 30 سال ہے، اس سے ایک بچہ ہے۔ پھر اس نے کیا کیا، صلح کر لی، پھر مقتول کی اس نے وائف بھگا لی، ٹھیک ہے، اس کو پھر بغیر نکاح کے اس نے رکھا اور اس کو ہراساں کرتا رہا۔ پھر اس کے گھر میں ایک اور خاتون رہتی ہے جو اس کی ایک اور بیوی اور اس کے 3-4 بچے ہیں۔ ٹھیک ہے، کچھ عرصہ قبل اس نے ایک اور خاتون کو ڈائیورس بھی کر دی۔ بعد میں جب اس کا سی ڈی انالسس کیا گیا، انچارج انویسٹیگیشن کانا نوید صاحب ہیں جی ہمارے ساتھ، جو ایک جعلی پیر، ڈبہ پیر قتل ہوتا ہے، قتل کی واردات کس طرح سے ہوتی ہے، پولیس کی انویسٹیگیشن کیا کہتی ہے، پولیس نے اب تک کیا تحقیقات کی ہیں، تفتیش میں کیا باتیں سامنے آئی ہیں، ان سے پوچھتے ہیں۔ نوید صاحب بہت شکریہ آپ کا۔ نوید صاحب یہ جو قتل ہوتا ہے اس میں ایک مقتول جو ہے وہ جعلی پیر بتایا جاتا ہے ملزم کی جانب سے، اور یہ بھی بتایا جاتا ہے کہ وہ کالا علم کرتا تھا اور بیوی کے ساتھ مل کے شوہر جو ہے وہ قتل کرتا ہے۔ کیا تفتیش ہے آپ کی کہتی ہے؟ بسم اللہ الرحمن الرحیم، السلام علیکم، تھینک یو ویری مچ سر، آپ تشریف لائیں۔ یہ چند روز قبل کی بات ہے کہ رات 9:30 پہ ایک ڈیفنس روڈ جو ہمارا یہ ٹول پلازا ہے اس کے قریب ایک ڈیڈ باڈی ہمیں ملتی ہے، اور کرائم سین پہ ایک آدمی ہے جس کا سر ہے تھوڑوں سے کچلا ہوتا ہے اور وہ ہیمر جو ہے وہ بھی اعلیٰ قتل موجود ہوتا ہے۔ ٹھیک ہے، پولیس کے لیے یہ بڑا انٹرسٹنگ کیس ہے، چونکہ میں انچارج انویسٹیگیشن ہوں، انسپیکٹر ہوں، اور نیو آرڈرز بھی ہمارے لیے یہ ہیں کہ جو انچارج ہے وہ اینیس کرائم جو ہے ان کی انویسٹیگیشن کرے گا، تو یہ کیس بھی میں ٹیک اپ کرتا ہوں۔ ٹھیک ہے، کرائم سین کو جب دیکھتے ہیں تو پتہ یہ چلتا ہے کہ یہ جو مرڈر ہے یہ عجیب و غریب سا ہے۔ نارملی تو گولی سے مارتے ہیں لوگ یا کچھ اور ہے، یا بندوق سے یا پستول سے یا کوئی اور اٹیک ہوتا ہے، اس میں ہیمر یوز ہوتا ہے۔ ٹھیک ہے، تو جو باڈی ہوتی ہے آئیڈینٹیفائی ہوتی، پتہ نہیں چلتا۔ بعد میں جب انویسٹیگیشن ہوتی تو یہ مقتول جو ہے محمد اسحاق کے نام سے اس کا پتہ چلتا ہے، اور فردر انویسٹیگیشن میں یہ پتہ چلتا ہے کہ یہ جیلی پیر ہیں، جیلی کام عمل ہیں، وہ کیسے کہ ان کی CDR اپلائی کرتے ہیں۔ فیملی سے جب پتہ اس کی فیملی مل جاتی تو اس کا موبائل نمبر بھی مل جاتا ہے۔ میں اس کی CDR اپلائی کرتا ہوں تو مور دین 600 لوگوں سے میں جب فون پہ بات کرتا ہوں تو اس میں میجورٹی 95% خواتین ہیں، اچھا، اور وہ یہ کہتی ہیں یہ بابا جی ہیں۔ پہلے تو وہ مانتی نہیں ہیں، جب پولیس کا بتاتے ہیں تو وہ پھر اس کو مرڈر کا بتاتے ہیں تو وہ پھر کہہ دیتی ہیں جی یہ بابا جی تھے، ہم نے دم کروانا تھا، اتنے پیسے لیے تھے۔ اس میں مزید انٹرسٹنگ چیز یہ ہے کہ ایجوکیٹڈ لوگ بھی اس میں ہیں جو اس کے وکٹم، اچھا پڑھے لکھے لوگ بھی؟ پڑھے لکھے لوگ۔ لاسٹ ٹائم مرڈر کی رات یہ جو جیلی پیر ہے محمد اسحاق مقتول، جس کی ایج تقریباً 50 کے قریب ہے اور یہ پچھلے 20 سال سے اسی دندے میں ہے، یہ وہاں پہ بحریہ میں ایک سادہ لو ایجوکیٹڈ فیملی ہے، ان کے گھر یہ گیا ہے، ان سے اس نے کو 50,000 لیا ہے اور وہ کہتے تھے ہمارے پاس سیب ہیں، ہمارے گھر کے دروازے جو ہیں وہ بجتے ہیں اور ہمارے جسم جلتے ہیں۔ جب وہاں سے یہ نکلا ہے تو رستے میں اس کا مرڈر ہوتا ہے۔ وہ ہوتا کیسے ہے؟ انفارچونیٹلی یہ جو ریاض اس کا قاتل ہے، 15 سال پہلے اس کی بھانجی کو یہ بھگا لیا تھا اور اب اس کی 30 سال ہے، اس سے ایک بچہ ہے۔ پھر اس نے کیا کیا، صلح کر لی، پھر مقتول کی اس نے وائف بھگا لی، ٹھیک ہے، اس کو پھر بغیر نکاح کے اس نے رکھا اور اس کو ہراساں کرتا رہا۔ پھر اس کے گھر میں ایک اور خاتون رہتی ہے جو اس کی ایک اور بیوی اور اس کے 3-4 بچے ہیں۔ ٹھیک ہے، کچھ عرصہ قبل اس نے ایک اور خاتون کو ڈائیورس بھی کر دی۔ بعد میں جب اس کا CDR انالسس کیا گیا
اور تقریباً CDR میں سے 50 لوگوں کی انٹروگیشن کی گئی، تو وہ کلو نہیں مل رہا تھا، کوئی اور نمبر نہیں مل رہا تھا. لیکن پولیس میں ہمارے ہاں ایک ٹرینڈ ہے کہ جو لاسٹ کالر ہوتا ہے وہاں سے کلو سٹارٹ ہوتا ہے. ہم پریشان تھے کہ لاسٹ جو یہ ہے اس کی کسی قاتل سے کسی اور نمبر سے یہ رابطہ نہیں کر رہا، اس کی بیوی اس سے رابطہ کر رہی ہے. اب ہوا کیا کہ ریپیٹڈ کال تھی، میں نے اس کی انٹروگیشن کی، ایک ان کا ستیلا بیٹا تھا، اس سے انٹروگیشن کی تو وہ مان گیا. یہ کہ میں نے اس کا کہا یہ بتائیں آپ کی جو مدر ہیں جب یہ جیلی پیر جاتا ہے کام کرنے تو کیا وہ کال ڈیلی کرتی ہیں اس کو ریپیٹڈ؟ انہوں نے کہا یہ ڈیلی ریپیٹڈ نہیں کرتی، ایک آدھ دفعہ کرتی ہیں. کرائم سین کی اکرن سے 30 منٹ بیفور ریپیٹڈ کال آ رہی ہیں 5-10 منٹ کی. وہاں سے مجھے شک گزرا کہ یہ ڈیفینیٹلی کال جو ہو رہی ہیں یہ کوئی نہ کوئی وجہ ہے، اس کی کوئی لوکیشن مانگ رہا ہے یا کوئی بات ہے. ٹھیک ہے. وہاں سے پھر سر ایسے ہوا کہ میں نے اس بچے کو حراست میں لے لیا. درمیان میں ایک تھوڑا تھا، تھوڑا اس کا جو سابقہ ریاض ہسبینڈ ہے، آپ ملے ہوں گے، وہ لوہے کا کام کرتا ہے. اچھا. وہ جو تھوڑا جو تھا ایز اے ویپن، وہاں سے مجھے شک پڑا کہ وہ اس میں انوالو ہے. ٹھیک ہے. جب وہ بچے کو حراست میں لیا، خاتون کو لیا، تو وہاں سے یہ پتہ چل گیا کہ وہ تنگ آ گئے تھے. خاتون نے سابقہ شوہر سے رابطہ کر کے اس سے پلان کیا مرڈر، اور وہ گھات لگائے بیٹھا ہوا تھا. اس نے ہیمر کا اس پہ اٹیک کیا اور یہ مر گیا. اس میں ایک اور گزارش ہے امپورٹنٹ، جو کہ سوسائٹی کے لیے میسج یہ ہے کہ جو ہماری مائیں بہنیں بیٹیاں جو ہیں یہ ایموشنلی نارملی ایموشنل ہوتی ہیں، ان میں ایموشنل انسٹیبلٹی ہوتی ہے، اور خواتین کا جو باڈی میٹابولزم ہے وہ بڑا کوئک چینج ہوتا ہے اور ان کا موڈ بھی چینج ہوتا ہے. ٹھیک ہے. چونکہ اللہ تعالیٰ نے اس کو بنایا ہی ایسے ہے، تو وہ ایک آسان راستہ تلاش کرتی ہیں کہ ایک پیر مل جائے جو ہمارے تمام سلوشن کر دے، لائف کے حل کر دے. تو یہ ہپناٹائز کرتے ہیں ان سے اور ان سے یہ پیسے لیتے ہیں. جو پیر ہے اس کی ریپیٹڈ کمپلینٹس تھیں ود دا نمبر آف ویمنس، جس کو اس نے بلیک میل کیا، ان سے پیسے لیے، ان کی عزت سے یہ کھیلتا رہا. جو ریاض قاتل ہے، آپ اگر اس سے بھی پوچھیں تو یہ بھی آپ کو اس کی پوری ہسٹری بتائے گا کہ یہ بات ہے. تو اس کا بھی اس نے گھر برباد کر دیا، وہ سڑکوں پہ رلتا رہا اور تنگ آ کر اس نے یہ رتوا کر دیا. اب صرف اور صرف گزارش سوسائٹی کے لیے یہ ہے کہ اسلامی تعلیمات پہ عمل کریں، اچھی اپنے بچوں کی ٹریننگ کریں. میری ماں سے خاص ہے کہ جب وہ اپنی بیٹیوں کی شادی کریں تو ان کو یہ تھوڑا سا ضرور سکھائیں کہ لائف میں مسائل آتے ہیں اور جب تھوڑی سی لائف چلتی تو چیزیں سٹیبل ہو جاتی ہیں. لہٰذا ان جیلی پیروں کا سہارا مت لیں اور ان سے بچیں. تو ایک مشکل کیس تھا، یہ بلائنڈ مرڈر تھا. الحمدللہ گریس نے اس کو سالو کیا. دونوں کلپریٹ جو ہیں میرے پاس ہیں اور اس پہ جو بھی کارروائی ہوگی ایز پر لا ہوگی. ٹھیک ہے. اچھا نوید صاحب، یہ بتائیے گا کہ یہ جعلی پیر تو ہے، خواتین کی کمپلینٹس بھی تھیں اور خواتین کے ساتھ اس کے ناجائز تعلقات بھی تھے. اس خاتون نے اس کو کیوں قتل کروایا اپنے سابق شوہر کے ساتھ مل کے؟ وجہ کیا؟ سر اس کی مین وجہ یہ تھی کہ یہ جو خاتون ہے یہ بھی کوئی شاید سائیکو ہیں یا کیا ہیں. جو اس کا سابقہ شوہر ہے وہ جیلی پیر کہتا تھا کہ میں تمہارا خامد بھی مار دوں گا، اور اس خامد میں سے ان کا ایک اکلوتا بچہ ہے. ٹھیک ہے. تو میں اس کو ٹارگٹ کر دوں گا، میں اس کو مار دوں گا، تو میرے ساتھ رہو. اور یہ بدقسمتی تھی اس عورت کی کہ یہ اس کا یقین کامل پیر پہ ہو گیا. پھر یہ بدقسمتی اس مقتول اسحاق کی اور بھی زیادہ ہوگی جب اس نے اس خاتون کو فورسفلی کہنا شروع کر دیا کہ تمہاری فیملی کی جو ینگ لڑکی ہیں میرے سے ان سے ملواؤ اور میرے سے ان کے تعلقات بنواؤ. اور مین ویل یہ کافی عورتیں اس کے سامنے کمرے میں لاتا اور لے جاتا رہا. ٹھیک ہے. یہ اس کی قتل کی وجہ ہے. ٹھیک ہے. اچھا یہ بتائیے گا کہ اس قتل کے جو مقتول ہے اسحاق، اس کا مقدمے کا مدعی کون ہے؟ مدعی جو ہے وہ سنا دلچسپی اتنی نہیں لے رہا، تو اس کا کیا کہنا ہے؟ مدعی بیسیکلی اس کا سگا بھائی جوید ہے، اور یہ 6 بھائی ہیں، اور یہ عرصہ دراز سے اپنے بھائیوں سے 10 سال سے لگ رہا رہتا تھا. اور اس کے بھائیوں کو بھی لوگ تانے دیتے تھے کہ تمہارا جو بھائی ہے وہ اس طرح کے کاموں میں انوالو ہے اور یہ لوگوں کے ساتھ زیادتی کرتا ہے. یہ ان کے نوٹس میں ہے. مقدمہ 1-2 دفعہ آیا میرے پاس، ہم نے یہ کیس خود سالو کیا ہے، اور نارملی پولیس خود ہی کرتی ہے، ہماری رسپانسبلٹی ہے. ٹھیک ہے. مدعی مقدمہ کیس میں مکمل لیسٹ انٹرسٹڈ ہے. ٹھیک ہے. اور وہ اس کا کوئی اس بات سے کنسرن نہیں. لیکن چونکہ یہ کیس ہے مرڈر ہینیس کیس ہے، ایز پر لا ہم نے اس کو سالو کیا ہے. ہم کیس کو
کورٹ میں سبمٹ کروائیں گے. فردر جو اس کی بل ہوگی اس کے مطابق وہ پھر یہ جو ڈیسائیڈ کرے گا. ٹھیک ہے. اچھا نوید صاحب یہ بتائیں کہ جو مقتول ہے, جو مرنے والا ہے, جس کو جعلی پیر بھی ہم کہہ رہے ہیں, ملزم کی جانب سے بھی الزام لگ رہا ہے, آپ کی انویسٹیگیشن میں بھی چیز سامنے آئی ہے, اس کے بارے میں کوئی پتہ چلا, کوئی کمپلین کسی خواتین نے کہیں کسی اور تھانے میں کی ہو, کوئی ایف آئی آر ہوئی ہو, کوئی ریکارڈ اس کا, کچھ ایسی تفصیل ہے؟ یہ انفارچونیٹلی جو جعلی پیر ہیں یہ ایک سوسائٹی کی بڑی ایک بیڈ ایولز ہیں اور یہ کرس ہیں سوسائٹی پہ. لوگ چونکہ آلریڈی پریشان ہوتے ہیں اور وہ ان کو پیسے دیتے ہیں اور یہ پیسے لیتے ہیں, ان کچھ کے کام ہوتے ہیں قدرتی ہوتے ہیں, کام تو اللہ کی طرف سے ہونے ہیں, تو کچھ اور یہ لوگوں کے کھا جاتے ہیں پیسے اور ان کو یہی کہتے ہیں جی ہم نے یہ کر دیا وہ کر دیا. کچھ لوگ اپنی عزت کی وجہ سے خاموش ہو جاتے ہیں اور جو عورتیں عزت دار ہوتی ہیں جن کو یہ پاگل بناتے ہیں ان کی فیملیز ہوتی ہیں تو وہ سٹیپ آؤٹ نہیں کرتی, نہ وہ اس طرح کا کام کرتی, تو ان کا جیلی کام چلتا رہتا ہے. تو لہٰذا یہ اپنی ہی موت مر گیا اپنی حرکتوں کی وجہ سے. ٹھیک ہے. یہ تھے جی انچارج انویسٹیگیشن کانا نوید صاحب, جنہوں نے اس کیس کے حوالے سے بڑی تفصیل سے ہمیں بتایا کہ ایک جعلی پیر کیا کچھ کرتا ہے, سوسائٹی کا, معاشرے کا ناسور ہیں اس طرح کے لوگ اور سوسائٹی میں خرابی بھی پیدا کرتے ہیں اور اپنی ہی غلطیوں اور خرابی کی وجہ سے اس طرح کے انجام کو پہنچتے ہیں. یقیناً کسی کو بھی قتل کرنا, کسی کا بھی خون کرنا جو ہے وہ کسی انسان کا حق نہیں ہے. قانون کے مطابق ان کو جو ہے سزا ملے گی اور مقدمے کے مدعی جو ہیں وہ اس کے اسحاق کے مقتول کے بھائی ہیں اور پولیس تمام شواہد, تمام جو چیزیں ہیں وہ کلیکٹ کر کے عدالت میں پیش کرے گی اور کوشش کی جائے گی کہ اس کو واقعی وہ سزا ملے جو ایک جان لینے والے قانون کے مطابق دی جانی چاہیے. اس عورت کا اور اس بندے کا میں سمجھتی ہوں یہ ذوف پیری اور کم اعتقادی تھی اللہ تعالیٰ کے اوپر کہ جس نے انہیں فورس کیا کہ وہ اپنے بچے کو بچانے کی خاطر ماں جو ہے وہ اس بندے کے ساتھ چلی گئی. عورت جو ہے وہ بڑی سمجھدار ہوتی ہے اس معاملے میں کہ وہ ان باتوں کو بڑے اچھے سے سمجھتی ہے کہ اس کے لیے کیا ٹھیک ہے کیا غلط ہے اور کہاں وہ گناہ اور ثواب, اور وہ ان ساری چیزوں کو وہ سمجھتی ہے جیسے مرد کی آنکھ کو بھی وہ سمجھتی ہے. تو اس میں جو ہے وہ دیکھیں اس کا اس کے ساتھ جانا, اگر تو وہ بہت ہی کوئی ان پڑھ جاہل قسم کی خاتون تھی تو میں سمجھتی ہوں کہ شاید وہ اس کی باتوں میں آ گئی ہو اور چلی گئی ہو. اس کے بعد اگر اس نے اسے خود مار دیا ہے تو وہ اسے مار سکتی تھی اور اس کو کوئی ایکسیپشن کا اور کسی چیز کا کوئی فائدہ بھی مل سکتا ہے. کیونکہ دیکھیں ایک بندے کے ساتھ اگر مسلسل زیادتی ہوتی رہے, جب اسے پتہ چلا کہ یہ بندہ جو ہے وہ مجھے ڈسگائز میں لے کے آیا ہے اور دھوکہ دے کے لایا ہے, اس وقت اگر اس نے اس سے بچنے کی کوشش کی اور اس نے اسے نہیں چھوڑا تو اگر اس نے اسے مار دیا تو وہ بھی اس کی عزت بچانے ہی کے مترادف میں آئے گا اور وہ اسے مار سکتی تھی اور ایکسیپشن میں کیس فال کر سکتا تھا. یہاں پہ جو سوال ہے کہ اس کے ہسبینڈ نے مارا, اب میرے سامنے چونکہ کیس کے پورے فیکٹس نہیں ہیں کہ اس کے ہسبینڈ نے, ایکس ہسبینڈ نے اسے کس اس میں مارا, اور ایکس ہسبینڈ وہ تب تک نہیں ہوگا جب تک وہ اسے طلاق نہیں دے دیتا. وہ اس کے ساتھ غیر شرعی طور پہ رہ سکتی ہے لیکن اس کے ساتھ اس کا نکاح تب تک فاسق یا باطل نہیں ہوگا جب تک وہ اسے طلاق نہیں دیتا, اور وہ تب تک اس کی شرعی بیوی ہی رہے گی. یہ میں سمجھتی ہوں قانونی حوالے سے بھی اور شرعی حوالے سے بھی. تو اس حوالے سے تو اس حد تک جائز ہیں یہ چیزیں کہ جب ان دونوں میاں بیوی کو یہ بات پتہ چل گئی اور انہوں نے جو ہے وہ اس میں آ کے خامد نے مارا یا بیوی نے مارا تو اس میں اس کو جو ہے وہ رعایت اس حوالے سے مل سکتی ہے اگر وہ ایک اسپیسیفک پلی لیتا ہے کہ میں نے اس پلی کے تحت اسے مارا ہے. تو دیکھیں پروسیکیوشن نے بھی کوئی کیس تو پٹ کیا ہوگا نا, پروسیکیوشن نے اپنا کیس دیا ہوگا کہ اسے جو ہے وہ انہوں نے آ کے کوئی آرمڈ ہو کے مار دیا یا کچھ جو بھی کیا ہوگا. تو یہاں پہ پروسیکیوشن جو ہے وہ اپنا کیس پروو کرے گی اور جو ایکیوزڈ ہے وہ اپنی پلی پروو کرے گا. دیکھیں یہ بڑا بڑھتا ہوا ٹرینڈ ہے اور جس میں جعلی پیروں کے ہتھے جو ہے وہ ہماری بہت پڑھی لکھی خواتین جو ہیں وہ بھی چڑھ رہی ہیں. مطلب ہم تو یہ کہتے کہ جی یہ چونکہ آپ پڑھے لکھے نہیں ہیں تو اس لیے آپ کے اوپر اس کے اثرات ہیں, لیکن میں نے نوٹس کیا کہ بہت ساری پڑھی لکھی خواتین جو ہیں وہ بھی ان توہمات کا شکار ہیں کہ پیر کوئی کرشمہ کر سکتے ہیں. حالانکہ دیکھیں بطور مسلم جو ہے وہ ہمارا اس چیز پہ ایمان ہے کہ کوئی بھی جو ہے وہ معجزہ اللہ تعالیٰ کی طرف سے ہی ہوتا ہے اور اللہ تعالیٰ کی ذات ہی ہے جو زندگی دینے والی ہے اور زندگی جو لینے والی ہے. تو جب تک اللہ تعالیٰ کی طرف سے زندگی لکھی ہے تب تک ہی وہ زندگی ملنی ہے.
پہلی بات تو یہ کہ اس عورت کا اور اس بندے کا میں سمجھتی ہوں یہ ذوف پیری اور کم اعتقادی تھی اللہ تعالیٰ کے اوپر کہ جس نے انہیں فورس کیا کہ وہ اپنے بچے کو بچانے کی خاطر ماں جو ہے وہ اس بندے کے ساتھ چلی گئی۔ عورت جو ہے وہ بڑی سمجھدار ہوتی ہے اس معاملے میں کہ وہ ان باتوں کو بڑے اچھے سے سمجھتی ہے کہ اس کے لیے کیا ٹھیک ہے کیا غلط ہے اور کہاں وہ گناہ اور ثواب، اور وہ ان ساری چیزوں کو وہ سمجھتی ہے جیسے مرد کی آنکھ کو بھی وہ سمجھتی ہے۔ تو اس میں جو ہے وہ دیکھیں اس کے ساتھ جانا، اگر تو وہ بہت ہی کوئی ان پڑھ جاہل قسم کی خاتون تھی تو میں سمجھتی ہوں کہ شاید وہ اس کی باتوں میں آ گئی ہو اور چلی گئی ہو۔ اس کے بعد اگر اس نے اسے خود مار دیا ہے تو وہ اسے مار سکتی تھی اور اس کو کوئی ایکسیپشن کا اور کسی چیز کا کوئی فائدہ بھی مل سکتا ہے، کیونکہ دیکھیں ایک بندے کے ساتھ اگر مسلسل زیادتی ہوتی رہے، جب اسے پتہ چلا کہ یہ بندہ جو ہے وہ مجھے ڈسگائز میں لے کے آیا ہے اور دھوکہ دے کے لایا ہے، اس وقت اگر اس نے اس سے بچنے کی کوشش کی اور اس نے اسے نہیں چھوڑا، تو اگر اس نے اسے مار دیا تو وہ بھی اس کی عزت بچانے ہی کے مترادف میں آئے گا اور وہ اسے مار سکتی تھی اور ایکسیپشن میں کیس فال کر سکتا تھا۔ یہاں پہ جو سوال ہے کہ اس کے ہسبینڈ نے مارا، اب میرے سامنے چونکہ کیس کے پورے فیکٹس نہیں ہیں کہ اس کے ہسبینڈ نے ایکس ہسبینڈ نے اسے کس اس میں مارا، اور ایکس ہسبینڈ وہ تب تک نہیں ہوگا جب تک وہ اسے طلاق نہیں دے دیتا۔ وہ اس کے ساتھ غیر شرعی طور پہ رہ سکتی ہے لیکن اس کے ساتھ اس کا نکاح تب تک فاسق یا باطل نہیں ہوگا جب تک وہ اسے طلاق نہیں دیتا، اور وہ تب تک اس کی شرعی بیوی ہی رہے گی۔ یہ میں سمجھتی ہوں قانونی حوالے سے بھی اور شرعی حوالے سے بھی۔ تو اس حوالے سے تو اس حد تک جائز ہیں یہ چیزیں کہ جب ان دونوں میاں بیوی کو یہ بات پتہ چل گئی اور انہوں نے جو ہے وہ اس میں آ کے خامد نے مارا یا بیوی نے مارا، تو اس میں اس کو جو ہے وہ رعایت اس حوالے سے مل سکتی ہے اگر وہ ایک اسپیسیفک پلی لیتا ہے کہ میں نے اس پلی کے تحت اسے مارا ہے۔ تو دیکھیں پروسیکیوشن نے بھی کوئی کیس تو پٹ کیا ہوگا نا، پروسیکیوشن نے اپنا کیس دیا ہوگا کہ اسے جو ہے وہ انہوں نے آ کے کوئی آرمڈ ہو کے مار دیا یا کچھ جو بھی کیا ہوگا، تو یہاں پہ پروسیکیوشن جو ہے وہ اپنا کیس پروو کرے گی اور جو ایکیوزڈ ہے وہ اپنی پلی پروو کرے گا۔ اب یہاں پہ بھی پروسیکیوشن پہ برڈن زیادہ ہوگا کہ وہ اپنے کیس کو تھرو پراپر ایویڈنس پروڈیوس کرے اور اس کو سزا دلوائے۔ اگر پروسیکیوشن ناکام رہتی ہے اپنی ایویڈنس پراپر لیڈ کرنے میں اور اسے پھانسی کے پھندے تک نہیں لے کے جا سکتی ہے اس کی وہ ایویڈنس، اور کم ایویڈنس ہے یا جو ہے وہ آپ اسے کہیں گے کہ ایسی انکرابوریٹڈ ٹیسٹیمنیز ہیں کہ جو اس کو سزا تک نہیں لے کے جاتی ہیں، تو یہاں پہ قانون یہ کہتا ہے کہ اگر دو پیرالل سٹوریز آ جائیں، ایک جرم کا ہونا مانا جائے، یہ ہو کہ یہ قتل ہوا ہے، وہ کہے جی کہ اسے اس طریقے سے قتل کیا ہے، اور مارنے والا کہے کہ نہیں میں نے اس طریقے سے نہیں اس طریقے سے اسے قتل کیا ہے، تو جو مارنے والا پلی لے گا وہ اسے ثابت کرنی پڑے گی، اور اگر وہ ثابت نہیں بھی کر پاتا تو پھر پروسیکیوشن کو ثابت کرنا پڑے گا، اور اگر دونوں ہی فیل ہو جاتے ہیں اور جھوٹ بول رہے ہیں تو پھر کورٹ دیکھے گی سینٹرل وے آؤٹ کہ دونوں کو جکسٹا پوزیشن میں رکھے گی۔ اگر ملزم کہتا ہے کہ میں نے مارا، پروسیکیوشن نہیں ثابت کر سکی کیس، تو پھر ملزم کی بات پوری مان کے، اگر وہ کہتا ہے کہ میں نے غیرت کے نام پہ مارا، میری کوئی انٹینشن بیہائنڈ نہیں تھی، میں اسے نہیں مارنا چاہتا تھا لیکن انڈر گریو امپلس جو ہے وہ میں نے اسے مار دیا، تو پھر کورٹ اس کی بات مان لے گی اگر پروسیکیوشن نہیں ثابت کر سکی، اور اسے جو ہے وہ 302C میں جو ہے وہ بینیفٹ دے سکتی ہے، کورٹ لینینٹ ویو لے سکتی ہے، اس میں کورٹ اسے 1 دن سے لے کے 25 سال تک کی سزا دے سکتی ہے، وہ 1 دن بھی ہو سکتا ہے، انڈر گون بھی ہو سکتا ہے جتنی اس نے کاٹ لی ہے۔ تو اس میں کورٹ اس طریقے سے دیکھے گی کہ اگر تو ملزم کہتا ہے کہ میں نے مارا ہے تو اسے صرف اتنی سزا دی جائے جتنا وہ کہتا ہے، اور اگر وہ کہتا ہے میں نے نہیں مارا کسی اور نے مارا ہے تو پھر کورٹ اسے ایکوٹ بھی کر سکتی۔ تو یہ ہے پرنسپل اس کا کہ جہاں پہ 2 پیرالل پلیز آ جائیں گی تو پھر انہیں کورٹ اس طریقے سے دیکھے۔ بیوی کو دیکھیں 109 کی حد تک اس کا ہسبینڈ رکھ رہا ہے، پروسیکیوشن نہیں رکھ رہی۔ اگر تو پروسیکیوشن نے بھی اسے ملزم رکھا ہے تو پھر کیس اور طریقے سے ٹریٹ ہوگا، اور اگر پروسیکیوشن نے نہیں رکھا ہے، صرف ملزم کے کہنے پہ اسے ملزمہ بنایا گیا ہے کہ میں نے اس کے کہنے پہ مارا ہے، تو پھر اس کی اس سٹیٹمنٹ کی وہ ورتھ نہیں ہے، وہ ان ایڈمیسیبل ہے ان ایویڈنس۔ اگر کوئی کرابوریٹیو ایویڈنس موجود نہیں ہے تو پھر اسے سزا نہیں ہوگی۔ کیا اس پیر کے کوئی بچے تھے؟ اگر بچے نہیں تھے، اگر چھوٹے ہیں تو معاف نہیں کر سکتا وہ، اس کی کوئی اہمیت نہیں ہے اس کی معافی کی۔ جب وارثان موجود ہوں ڈیسیزڈ کے تو وہاں پہ مدعی کے بیان کی کوئی اہمیت نہیں ہے۔ اگر وارثان نہ ہوں تو پھر مدعی اور ماں باپ یہ لوگ وارث ہوتے ہیں اور یہ معاف کر سکتے ہیں، اور اگر بچے ہیں تو پھر معافی کا کوئی سوال ہی نہیں ہے۔
फिर माफ़ नहीं किया जा सकता अनटिल एंड अनलेस वो दियत अमाउंट पे करें। अगर उसके गार्डियन कोई आके कर सकते हैं कंपाउंड तो उसमें भी दियत फिर भी पे करनी पड़ेगी, तो दियत भी एक तरह की सज़ा है। माहिर कानून ने क्या कहा आपने सुना। अब ऐसे जाली पीरों के बारे में आलमे दीन क्या कहते हैं, उनकी राय क्या है, ये भी जान लीजिए। अपने दीनी मसले के हल के लिए किसी आलिम, किसी फ़कीह, किसी मुत्तकी, किसी परहेज़गार या किसी पीर फ़कीर के पास जा सकती है? क़तन नहीं जा सकती। जब आप खुद एक पीर के पास जा रहे हैं तो गोया कि आप मजहबी तौर पर जा रहे हैं, उससे कुछ वज़ाइफ लेने जा रहे हैं, तो आपका घर से निकलना ही गैर इस्लामी है। अल्लाह तबारक व तआला के जो बंदे उलमा हैं वो कभी भी इस तरह की बददियानती नहीं करेगा, कभी भी इस तरह का फेल नहीं करेगा। 1400 साल तारीख में कोई आलिम इस तरह की दुकान खोल कर नहीं बैठा, इस तरह का उन्होंने कोई वक्त नहीं रखा हुआ था कि लोग आएँ। बिस्मिल्लाहिर्रहमानिर्रहीम। हम इसको दो हिस्सों में तकसीम कर लेते हैं। पहला हिस्सा ये कि क्या कोई औरत अपने दीनी मसले के हल के लिए किसी आलिम, किसी फ़कीह, किसी मुत्तकी, किसी परहेज़गार या किसी पीर फ़कीर के पास जा सकती है? क़तन नहीं जा सकती। हमारा सबसे बड़ा फ़रीज़ा हज बैतुल्लाह है। अगर एक ख़ातून खरब पत्ती है, उसका महरम नहीं है, तो उसके ऊपर हज फ़र्ज़ नहीं है। ये देखें, ये शरीयत की चीज़ें हैं, हमें समझनी चाहिए, पढ़नी चाहिए, इसके ऊपर गौर करना चाहिए कि अल्लाह रब्बुल आलमीन ने हज हर मुसलमान पर फ़र्ज़ किया है, लेकिन एक औरत ऐसी जो लाखों करोड़ों लोगों को हज करवा सकती है, लेकिन उसका अपना महरम नहीं है, तो उसको हज पर जाने की इजाज़त नहीं है। उसे बग़ैर महरम के मस्जिद जाने की इजाज़त नहीं है, मदरसा और स्कूल जाने की इजाज़त नहीं है। तो क्या वो किसी गैर महरम के पास अपना मसले के हल के लिए जा सकती है? क़तन नहीं जा सकती। शरीयत, जब आप खुद एक पीर के पास जा रहे हैं तो गोया कि आप मजहबी तौर पर जा रहे हैं, उससे कुछ वज़ाइफ लेने जा रहे हैं, अल्लाह अल्लाह सीखने जा रहे हैं, तो आपका घर से निकलना ही गैर इस्लामी है। जब आपने बुनियाद ही गैर शरई रख ली है, तो अब आपको वो कोई तावीज़ देता है, कोई वजीफ़ा देता है, कोई दम दरूद करता है, तो वो उसके असरात क्या होंगे? कि आपने बुनियाद ही जो आपने घर से कदम बाहर रखा है वो गैर शरई रखा है कि आप अकेली घर से निकल नहीं सकती। तो ये मुआशरे को बताने की ज़रूरत है कि कोई ख़ातून जो है वो किसी भी आलिम के पास, मैं रसूलुल्लाह सल्लल्लाहु अलैहि वसल्लम के पास एक ख़ातून आई तो आप मस्जिद में अकेले थे, तो आप मस्जिद से बाहर तशरीफ़ लेकर आए और आपने मस्जिद के सहन में खड़े खड़े उससे बात की और बहुत देर तक बात करते रहे और उसके बाद वो ख़ातून वहाँ से चली गई। तो इमामुल अंबिया सरवर कुरैन व सकलैन जैसी ज़ात जो है वो एक ख़ातून को अलहदगी में नहीं मिल रहे, तो आज किसी आलिम को, किसी पीर फ़कीर को भी ना मिलने की इजाज़त है, ना कोई ख़ातून उनको मिल सकती है। दूसरी बात यह है कि ये हमारे यहाँ असली और नकली ये चीज़ें इस्तेमाल होती हैं कि असली पीर या नकली पीर। पीर पीर ही होता है, लेकिन असली और नकली की अगर बात की जाए तो वो एक बहरूपिये होते हैं। वो आलिम का एक रूप धार लेते हैं, एक पीर का रूप धार लेते हैं और फिर वो दरिंदे बन जाते हैं और वो लोगों को ब्लैकमेल करते हैं, लोगों को अपने मफाद के लिए इस्तेमाल करते हैं और मासूम लोग जो है ना वो उनके नरगे के अंदर आ जाते हैं। जैसे ये ख़ातून आ गई है उसके नरगे के अंदर, उसने उसे ब्लैकमेल किया, उसकी इज़्ज़त को लूटा, उससे माली तौर पर फ़ायदा लिया, तो उसका नतीजा हम सब ने देखा है कि वो उसका क्या नतीजा निकला है। तो इसको भी हम मज़हब से किसी तौर पर भी नहीं जोड़ सकते। ये कोई इल्म से वाक़फ़ियत नहीं रखते, इनके पास अगर कुरान और सुन्नत का इल्म हो तो कभी भी ये इस तरह के काम ना करें। वो तो कुरान भी कहता है कि जो मेरा इल्म रखने वाले लोग हैं, अल्लाह तबारक व तआला के इल्म रख, अल-उलमा वरसतुल अंबिया, ये हदीस रसूल है, इन्नमा यख्शल्लाह मिन इबादिहिल उलमा। कुरान मजीद की आयत मुबारक है कि अल्लाह तबारक व तआला के जो बंदे उलमा हैं वो सबसे ज़्यादा डरने वाले लोग हैं। तो जो डरने वाला होगा, इल्म वाला होगा, वो कभी भी इस तरह की बददियानती नहीं करेगा, कभी भी इस तरह का फेल नहीं करेगा। तो ये बहुत सारे मुआशरे के अंदर ऐसे नासूर हैं। और मैं फिर यहाँ पर भी ज़रूर बात करूँगा कि हमारी रियासत की इनके ऊपर भी गिरफ्त नहीं है। रियासत में ये बातें होती हैं कि ये बहुत पैसा कमा रहे हैं, इनके ऊपर टैक्सेस लगाए जाएँ, इनसे भी ज़रिए इनकम निकाला जाए। तो एक नाजायज़ कारोबार है तो उसके ऊपर कैसे टैक्स लगाया जा सकता है? उसको जो नाजायज़ कारोबार हो, धंधा हो, वो कोई गलत बेकरी की चीज़ें बना रहा है, मेडिसिन गलत बना रहा है, तो आप ये नहीं कहेंगे कि इसकी अगर बेकरी ज़्यादा चल पड़ी है तो हम इसके ऊपर टैक्स लगा दें, बल्कि वो तो मुज़र सेहत है, नुकसानदेह है, तो उसे बंद किया जाए। तो ये जो पीरी मुरीदी का धंधा है
یہ جو دکانیں باقاعدہ کھولی ہوئی ہیں، شریعت اسلامیہ میں آپ کو کہیں پہ بھی 1400 سالہ تاریخ میں نہیں نظر آئے گا کہ کوئی پیر دکان کھول کر بیٹھا ہوا ہو۔ حکماء ہوتے تھے، وہ حکیم دوائیاں دیتے تھے، ڈاکٹر آج کل آ گئے ہیں، ان کے ہاسپٹل ہیں، ڈسپنسریاں ہیں، اپنے کلینک بنائے ہوئے ہیں، تو وہاں پہ وہ دیتے ہیں۔ لیکن کبھی بھی 1400 سالہ تاریخ میں کوئی عالم اس طرح کی دکان کھول کر نہیں بیٹھا، اس طرح کا انہوں نے کوئی وقت نہیں رکھا ہوا تھا کہ لوگ آئیں۔ یہاں تک کہ ہم نے رسول اللہ صلی اللہ علیہ وسلم سے دیکھنا ہے تو رسول اللہ صلی اللہ علیہ وسلم یا ان کے خلفاء یا ان کے بعد کے آنے والے لوگ، انہوں نے کوئی ایسا عمل نہیں کیا۔ جب انہوں نے ایسا عمل نہیں کیا تو یہ غیر شرعی عمل ہے اور یہ غیر قانونی عمل بھی ہے۔ تو غیر شرعی اور غیر قانونی عمل کے ہوتے ہوئے اس کے اوپر پابندی لگنی چاہیے، تاکہ جو لوگ اس وقت جو ہے ان کے نرغے میں آ گئے ہیں، اپنی جانوں سے ہاتھ دھو بیٹھے ہیں، اپنا مالی نقصان کر بیٹھے ہیں، تو آئندہ اس طرح کا کوئی نقصان نہ ہو۔ یہ تھا آج کا جرم انجام، جس میں ہم نے آپ کو دکھایا کہ جعلی عامل ڈبہ پیر کس طرح سے خواتین کو ورگلا کر بیوقوف بناتے ہیں اور غیرت کے نام پر پھر قتل بھی ہوتے ہیں۔ ملزم نے تمام تفصیلات ہمیں بتائیں، پولیس کی انویسٹیگیشن کیا تھی، ماہر قانون کیا اس بارے میں سوچتے ہیں، کیا رائے رکھتے ہیں، یہ سب کچھ آپ کو دکھایا۔ نئے پروگرام تک کے لیے مجھے دیجیے اجازت، اللہ نگہبان۔